ਪ੍ਰਿੰਸੀਪਲ ਨਿਰੰਜਨ ਸਿੰਘ ਦੀ ਪੁਸਤਕ ਪ੍ਰੇਮ ਕਣੀ ਦਾ ਕੱਤੀ ਵਾਂਗ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਮਹਾਤਮਾ ਜੀ ਨੂੰ ਇਸ ਹਾਲਤ 'ਚ ਪਿਆਂ 7 ਦਿਨ ਹੋ ਚੁੱਕੇ ਹਨ। ਸਰੀਰ ਉਸੇ ਤਰ੍ਹਾਂ ਗੋਹੇ 'ਚ ਦੱਬਿਆ, ਮੂੰਹ ਨੰਗਾ ਹੈ, ਪਰ ਇਹਦੀ ਲਾਲੀ ਘਟ ਗਈ ਹੈ। ਬਾਬਾ ਲਿਟਾਂ ਵਾਲਾ ਸਵੇਰੇ ਸ਼ਾਮ ਦੋਵੇਂ ਵੇਲੇ ਆਉਂਦਾ ਹੈ, ਦਵਾਈ ਖਵਾ ਕੇ ਅੱਧਾ ਕੁ ਘੰਟਾ ਕੋਲ ਬਹਿ ਕੇ ਵਾਪਸ ਚਲਾ ਜਾਂਦਾ ਹੈ। ਭਾਈ ਰਾਮ ਸਿੰਘ ਸਾਰਾ ਦਿਨ ਮਹਾਤਮਾ ਜੀ ਦੇ ਸਾਹਮਣੇ ਵੱਲ ਬੈਠਾ ਪਾਠ ਕਰਦਾ ਰਹਿੰਦਾ ਹੈ। ਸੇਠ ਗੋਬਿੰਦ ਦਾਸ ਨੇ ਇੱਕ ਜੱਗ ਕਰਵਾਇਆ ਅਤੇ ਹਰਿਦੁਆਰ ਦੇ ਸਾਰੇ ਵਸਨੀਕਾਂ ਨੂੰ ਪ੍ਰੇਰਿਆ ਉਹ ਦੋਵੇਂ ਵੇਲੇ ਮਹਾਤਮਾ ਜੀ ਦੇ ਬਚਨ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਿਆ ਕਰਨ। 8ਵੇਂ ਦਿਨ ਭਾਈ ਰਾਮ ਸਿੰਘ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ। ਵੇਖਦਾ ਕਿ ਮਹਾਤਮਾ ਜੀ ਦੀ ਅੱਖ ਅਚਨਚੇਤ ਖੁੱਲ੍ਹੀ। ਭਾਈ ਰਾਮ ਸਿੰਘ ਨੇੜੇ ਗਿਆ, ਬੁੱਲ ਵੀ ਹਿੱਲੇ, ਪਰ ਭਾਈ ਰਾਮ ਸਿੰਘ ਨੇ ਕੇਵਲ ਇੱਕ ਸ਼ਬਦ ਦੇਵੀ ਹੀ ਸੁਣਿਆ। ਫਿਰ ਮੂੰਹ ਬੰਦ ਹੋ ਗਿਆ, ਅੱਖਾਂ ਮਿਟੀਆਂ ਗਈਆਂ। ਬਾਬਾ ਲਿਟਾਂ ਵਾਲਾ ਜਦ ਸ਼ਾਮ ਨੂੰ ਆਇਆ ਤਾਂ ਉਹਨੂੰ ਇਹ ਸਾਰੀ ਵਿਥਿਆ ਸੁਣਾਈ ਗਈ। ਬਾਬੇ ਨੇ ਸੁਣ ਕੇ ਨੱਚਣਾ ਸ਼ੁਰੂ ਕਰਤਾ, ਨਾਲੇ ਨੱਚੇ ਨਾਲੇ ਆਖੇ ਬਚ ਗਿਆ ਬਚ ਗਿਆ। ਫਿਰ ਬਾਬੇ ਨੇ ਗੋਹਾ ਹਟਾ ਦਿੱਤਾ, ਸਰੀਰ ਸਫਾ ਕੀਤਾ, ਦਵਾਈ ਵੀ ਬਦਲੀ। ਭਾਈ ਰਾਮ ਸਿੰਘ ਨੂੰ ਕਿਹਾ ਕਿ ਹੱਥਾਂ ਪੈਰਾਂ 'ਤੇ ਸਿਰ ਦੀ ਮਾਲਿਸ਼ ਕਰੋ, ਨਾਲੇ ਵੀ ਹਦਾਇਤ ਕੀਤੀ ਕਿ ਮਹਾਤਮਾ ਜੀ ਦੇ ਮੂੰਹ 'ਚ ਚਮਚਿਆਂ ਨਾਲ ਥੋੜ੍ਹਾ ਥੋੜ੍ਹਾ ਦੁੱਧ ਪਾਓ। ਮਹਾਤਮਾ ਜੀ ਦੇ ਬਚ ਜਾਣ ਦੀ ਖਬਰ ਹਰਿਦੁਆਰ 'ਚ ਫੈਲ ਗਈ ਅਤੇ ਥਾਂ ਥਾਂ ਖੁਸ਼ੀਆਂ ਮਨਾਈਆਂ ਗਈਆਂ। 10ਵੇਂ ਦਿਨ ਮਹਾਤਮਾ ਜੀ ਨੂੰ ਪੂਰੀ ਹੋਸ਼ ਆਈ। ਭਾਈ ਰਾਮ ਸਿੰਘ ਤੇ ਸੇਠ ਗੋਬਿੰਦ ਦਾਸ ਦੀ ਖੁਸ਼ੀ ਦੀ ਤਾਂ ਕੋਈ ਹੱਦ ਹੀ ਨਾ ਰਹੀ। ਬਾਬਾ ਲਿਟਾਂ ਵਾਲਾ ਜਦ 10ਵੇਂ ਦਿਨ ਆਇਆ ਤਾਂ ਮਹਾਤਮਾ ਜੀ ਨੂੰ ਪੂਰੀ ਹੋਸ਼ 'ਚ ਵੇਖ ਕੇ ਕਹਿਣ ਲੱਗਾ, ਅੱਛਾ बेटा कमली वाले, हमारा काम ख़त्म है, आप जियो और संसार के जीवों की सेवा करो। फिर भाई राम सिंह वाल मुँह करके कहने लगा, बेटा तुमने बड़ी सेवा की, परमात्मा ने आपकी सेवा सफल की है। देखो एक बात और करनी, ये लो एक बूटी, इसको मीठे तेल में डालकर हर रोज़ सुबह शाम उस टांग की मालिश करो जिसको सांप ने डसा था। अब टांग में ज़ोर मालिश से ही आएगा, शायद फिर भी टांग कमज़ोर ही रहे। अच्छा जान तो बची। ये कह के बाबा लिटां वाला विदा हो गया। ਸੇਠ ਗੋਬਿੰਦ ਦਾਸ ਇੱਕ ਤਕੜਾ ਵਿਹਾਰੀ ਆਦਮੀ ਸੀ। ਉਸ ਲਈ 10 ਦਿਨ ਹਰਿਦੁਆਰ ਰਹਿਣਾ ਕਠਿਨ ਸੀ, ਪਰ ਮਹਾਤਮਾ ਜੀ ਦੇ ਪ੍ਰੇਮ 'ਚ ਬੱਝਾ ਬੈਠਾ ਰਿਹਾ। ਮਹਾਤਮਾ ਜੀ ਦੇ ਰਾਜ਼ੀ ਹੋਣ 'ਤੇ ਉਹਨੇ ਬਹੁਤ ਦਾਨ ਕੀਤਾ। ਫਿਰ ਭਾਈ ਰਾਮ ਸਿੰਘ ਤੇ ਸੇਠ ਸਾਹਿਬ ਨੇ ਸਲਾਹ ਕੀਤੀ ਕਿ ਮਹਾਤਮਾ ਜੀ ਨੂੰ ਅੰਮ੍ਰਿਤਸਰ ਵਾਪਸ ਲੈ ਚਲੀਏ। ਤਿਆਰੀ ਪੂਰੀ ਹੋ ਗਈ। ਜਦ ਗੱਡੀ ਦਾ ਵੇਲਾ ਹੋਇਆ, ਮਹਾਤਮਾ ਜੀ ਨਾਲ ਗੱਲ ਹੋਈ ਤਾਂ ਕਹਿਣ ਲੱਗੇ, ਨਹੀਂ ਅੰਮ੍ਰਿਤਸਰ ਅਜੇ ਨਹੀਂ ਜਾਣਾ, ਜਦ ਗੁਰੂ ਰਾਮਦਾਸ ਜੀ ਦਾ ਹੁਕਮ ਹੋਏਗਾ ਉਦੋਂ ਅੰਮ੍ਰਿਤਸਰ ਚੱਲਾਂਗੇ। ਸੇਠ ਜੀ ਨੇ ਮਹਾਤਮਾ ਜੀ ਦੇ ਰਹਿਣ ਤੇ ਸੇਵਾ ਦਾ ਸਾਰਾ ਪ੍ਰਬੰਧ ਹਰਿਦੁਆਰ 'ਚ ਕਰ ਦਿੱਤਾ। ਫਿਰ ਮਹਾਤਮਾ ਜੀ ਤੋਂ ਅੰਮ੍ਰਿਤਸਰ ਵਾਪਸ ਜਾਣ ਲਈ ਆਗਿਆ ਮੰਗੀ। ਸੇਠ ਜੀ ਵਿਦਾ ਹੋ ਗਏ ਤੇ ਰਹਿ ਗਏ ਮਹਾਤਮਾ ਜੀ ਤੇ ਭਾਈ ਰਾਮ ਸਿੰਘ। 10ਵੇਂ ਦਿਨ ਤੋਂ ਪਿੱਛੋਂ ਮਹਾਤਮਾ ਜੀ ਨੇ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ। ਕੋਈ 10 ਕੁ ਦਿਨਾਂ 'ਚ ਸਰੀਰ 'ਚ ਕਾਫੀ ਹਿੰਮਤ ਆ ਗਈ, ਪਰ ਉਹ ਲੱਤ ਜਿਸ 'ਤੇ ਸੱਪ ਨੇ ਡਸਿਆ ਸੀ ਉਹ ਬਹੁਤ ਕਮਜ਼ੋਰ ਸੀ। ਉਸ ਨਾਲ ਤਾਂ ਮਸਾਂ 100 ਕੁ ਗਜ਼ ਤੁਰ ਸਕਦੇ ਸਨ ਤੇ ਭਾਈ ਰਾਮ ਸਿੰਘ ਨੇ ਮਾਲਿਸ਼ ਜਾਰੀ ਰੱਖੀ। ਫਰਕ ਵੀ ਪਿਆ, ਪਰ ਲੱਤ ਦੀ ਪੂਰੇ ਤੌਰ 'ਤੇ ਕਮਜ਼ੋਰੀ ਦੂਰ ਨਾ ਹੋਈ। ਹੋਸ਼ ਆਉਣ ਤੋਂ 1-2 ਦਿਨ ਪਿੱਛੋਂ ਮਹਾਤਮਾ ਜੀ ਨੇ ਚੁਬਾਰੇ ਦੇ ਉੱਪਰ ਹੀ ਸ਼ਾਮ ਨੂੰ ਥੋੜ੍ਹਾ ਥੋੜ੍ਹਾ ਟਹਿਲਣਾ ਸ਼ੁਰੂ ਕਰ ਦਿੱਤਾ। ਭਾਈ ਰਾਮ ਸਿੰਘ ਟਹਿਲਣ ਵੇਲੇ ਵੀ ਨਾਲ ਰਹਿੰਦਾ ਸੀ ਤੇ ਇੱਕ ਦਿਨ ਟਹਿਲ ਕੇ ਹਟੇ। ਕਹਿਣ ਲੱਗੇ, ਭਾਈ ਰਾਮ ਸਿੰਘ, ਕੀ ਸੱਚਮੁੱਚ ਮੈਂ ਜਿਉਂਦਾ ਜਾਂ ਸੁਪਨੇ 'ਚ ਆ? ਮੇਰਾ ਦਿਮਾਗ ਕੁਝ ਡਾਢੀ ਹੈਰਾਨੀ 'ਚ ਹੈ। ਮਹਾਤਮਾ ਜੀ, ਆਪ ਜਿਉਂਦੇ ਜਾਗਦੇ 9/9, ਤੁਹਾਨੂੰ ਇਹ ਸ਼ੱਕ ਕਿਉਂ ਪਿਆ? ਰਾਮ ਸਿੰਘ, ਮੈਨੂੰ ਕੁਝ ਸੋਝੀ ਪਾ, ਅਸੀਂ ਇੱਥੇ ਕਿਸ ਤਰ੍ਹਾਂ ਤੇ ਦੇਵੀ ਕਿੱਥੇ ਹੈ? ਆਪ ਨੂੰ ਇਹ ਤਾਂ ਯਾਦ ਹੈ ਮਾਤਾ ਜੀ ਅੰਮ੍ਰਿਤਸਰ ਚਲਾਣਾ ਕਰ ਗਏ ਸੀ? ਹਾਂ ਯਾਦ ਹੈ। ਫਿਰ ਸਾਰੇ ਅਸੀਂ, ਦੇਵੀ, ਰਾਧਾ, ਤੁਸੀਂ ਤੇ ਮੈਂ ਇੱਥੇ ਹਰਿਦੁਆਰ ਉਹਨਾਂ ਦੇ ਫੁੱਲ ਪਾਉਣ ਆਏ ਸੀ? ਹਾਂ ਇਹ ਵੀ ਯਾਦ ਹੈ। ਫਿਰ ਜਿਸ ਦਿਨ ਅਸੀਂ ਸਵੇਰੇ ਆਏ ਉਸ ਦਿਨ ਸ਼ਾਮ ਨੂੰ ਸਾਰੇ ਆਪ ਦੀ ਪੁਰਾਣੀ ਕੁਟੀਆ ਵੇਖਣ ਗਏ? ਠੀਕ। ਆਪ ਦੀ ਕੁਟੀਆ ਦੀ ਥਾਂ ਇੱਕ ਸੱਪ ਨਿਕਲਿਆ ਤੇ ਆਪ ਵੱਲ ਦੌੜ ਕੇ ਆਇਆ। ਫਿਰ ਦੇਵੀ ਨੇ ਅੱਗੇ ਵੱਧ ਕੇ ਉਹਨੂੰ ਹੱਥ ਨਾਲ ਰੋਕਿਆ। ਸੱਪ ਦੇਵੀ ਦੇ ਹੱਥ 'ਤੇ ਡਸ ਗਿਆ ਤੇ ਉਹ ਉੱਥੇ ਹੀ ਬੇਹੋਸ਼ ਹੋ ਕੇ ਚੁਫਾਲ ਡਿੱਗ ਪਈ। ਅੱਛਾ ਫਿਰ ਜੀ ਉਹ ਸੱਪ ਆਪ ਵੱਲ ਵਧਿਆ ਤੇ ਆਪ ਨੂੰ ਪੈਰ 'ਤੇ ਡਸ ਗਿਆ, ਤੁਸੀਂ ਵੀ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਏ। ਫਿਰ ਅਸੀਂ ਸਾਰੇ ਤੁਹਾਨੂੰ ਦੋਵਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਚੁੱਕ ਕੇ ਤਾਂਗੇ 'ਚ ਪਾ ਕੇ ਹਰਿਦੁਆਰ ਲੈ ਆਏ। ਉੱਧਰ ਲਿਟਾਂ ਵਾਲੇ ਬਾਬੇ ਵੱਲ ਇੱਕ ਆਦਮੀ ਘੱਲ ਆਏ। ਅੱਛਾ ਅੱਗੇ? ਸਾਡੇ ਆਉਣ ਤੋਂ ਕੋਈ 2 ਕੁ ਘੰਟੇ ਪਿੱਛੋਂ ਬਾਬਾ ਲਿਟਾਂ ਵਾਲਾ ਪਹੁੰਚਿਆ। ਉਹਨੇ ਤੁਹਾਨੂੰ ਦੋਹਾਂ ਨੂੰ ਚੰਗੀ ਤਰ੍ਹਾਂ ਵੇਖਿਆ। ਦੇਵੀ ਨੂੰ ਤਾਂ ਵੇਖ ਕੇ ਸਿਰ ਮਾਰ ਕੇ ਕਹਿਣ ਲੱਗਾ ਕਿ ਇਹ ਤਾਂ ਸੁਰਗਵਾਸ ਹੋ ਚੁੱਕੀ ਹੈ, ਪਰ ਤੁਹਾਡੀ ਹਾਲਤ ਨੂੰ ਦੇਖ ਕੇ ਉਹਨੇ ਆਪ ਦੇ ਮੂੰਹ 'ਚ ਦਵਾਈ ਪਾਈ। ਹਫ਼ਤਾ ਭਰ ਆਪ ਨੂੰ ਗੋਹੇ 'ਚ ਦੱਬ ਛੱਡਿਆ। ਆਪ ਦੇ ਮੂੰਹ 'ਚ ਸੁਬਾਹ ਸ਼ਾਮ ਦਵਾਈ ਪਾਉਂਦਾ ਰਿਹਾ। 8ਵੇਂ ਦਿਨ ਤੁਹਾਨੂੰ ਥੋੜ੍ਹੀ ਜਿਹੀ ਹੋਸ਼ ਆਈ। ਫਿਰ ਤੁਹਾਡੇ ਮੂੰਹ 'ਚ ਦੁੱਧ ਪਾਉਣਾ ਸ਼ੁਰੂ ਕੀਤਾ, ਪਿੰਡੇ ਦੀ ਮਾਲਿਸ਼ ਕਰਾਉਣੀ ਆਰੰਭੀ ਤੇ 10ਵੇਂ ਦਿਨ ਆਪ ਨੂੰ ਪੂਰੀ ਹੋਸ਼ ਆ ਗਈ। ਫਿਰ ਦੇਵੀ ਦਾ ਰਾਤੋਂ ਰਾਤ ਭੀਮ ਗੋਡੇ ਦੇ ਪਾਸ ਸੰਸਕਾਰ ਕੀਤਾ ਗਿਆ ਤੇ ਉਹਦੇ ਫੁੱਲ ਤੇ ਮੰਗਲ ਗੰਗਾ 'ਚ ਰੋੜ ਦਿੱਤੇ।
ਮਹਾਤਮਾ ਜੀ ਦੀਆਂ ਅੱਖਾਂ 'ਚੋਂ ਜਲ ਵਹਿਣਾ ਸ਼ੁਰੂ ਹੋ ਗਿਆ। ਕਹਿਣ ਲੱਗੇ, ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ। ਅੱਛਾ ਪ੍ਰਭੂ, ਪਹਿਲਾਂ ਬਾਬਾ ਪਰਮਹੰਸ ਨੂੰ ਤੂੰ ਖਿੱਚ ਲਿਆ, ਹੁਣ ਦੇਵੀ ਨੂੰ ਵੀ ਵਿਛੋੜ ਕੇ ਲੈ ਗਿਆ। ਅੱਛਾ, ਤੇਰੀ ਰਜ਼ਾ। ਰਾਜ਼ੀ ਹੈ ਹਮ ਉਸੀ ਮੇਂ ਜਿਸਮੇਂ ਤੇਰੀ ਰਜ਼ਾ ਹੈ। ਮਹਾਤਮਾ ਜੀ ਲੇਟ ਗਏ, ਪਰ ਅੱਖੀਆਂ ਦਾ ਵਹਿਣ ਉਸੇ ਤਰ੍ਹਾਂ ਜਾਰੀ ਰਿਹਾ। ਭਾਈ ਰਾਮ ਸਿੰਘ ਕੁਝ ਦੇਰ ਤੱਕ ਚੁੱਪਚਾਪ ਬੈਠਾ ਰਿਹਾ, ਫਿਰ ਕਹਿਣ ਲੱਗਾ, ਮਹਾਤਮਾ ਜੀ, ਮੇਰੇ ਦਿਲ 'ਚ ਇੱਕ ਸ਼ੰਕਾ ਪੈਦਾ ਹੋਈ। ਮਹਾਤਮਾ ਜੀ ਸਿਰ ਚੁੱਕ ਕੇ ਉਸ ਵੱਲ ਵੇਖਣ ਲੱਗੇ। ਮਹਾਤਮਾ ਜੀ, ਜਦ ਪਰਮਾਤਮਾ ਦਾ ਹੁਕਮ ਅਟੱਲ ਹੈ ਤੇ ਉਹਦੀ ਰਜ਼ਾ 'ਤੇ ਸ਼ੱਕ ਰਹਿਣਾ ਚਾਹੀਦਾ ਹੈ, ਤੇ ਵਿਰਾਗ ਕਿਉਂ? ਭਾਈ ਰਾਮ ਸਿੰਘ, ਮੇਰੇ 'ਚ ਕਮਜ਼ੋਰੀ ਹੈ, ਪਰ ਦਿਲ ਵੀ ਕੋਈ ਪੱਥਰ ਤਾਂ ਨਹੀਂ। ਦਰਖਤ ਨਾਲੋਂ ਪੱਤਾ ਤੋੜੀਏ ਤਾਂ ਵੀ ਪਾਣੀ ਨਿਕਲਦਾ ਹੈ। ਦਿਲ ਨਾਲੋਂ ਦਿਲ ਟੁੱਟੇ ਦਾ ਕੁਝ ਵਿਰਾਗ ਅਵੱਸ਼ ਹੈ। ਅੱਛਾ ਆਓ, ਇਸ ਵਿਰਾਗ ਨੂੰ ਕੀਰਤਨ ਨਾਲ ਧੋ ਦਈਏ। ਭਾਈ ਰਾਮ ਸਿੰਘ ਤੁਰੰਤ ਸਿਤਾਰ ਲੈ ਆਇਆ ਤੇ ਮਹਾਤਮਾ ਜੀ ਨੇ ਪਹਿਲੇ 9ਵੇਂ ਮਹੱਲੇ ਦੇ ਸ਼ਲੋਕਾਂ 'ਚੋਂ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ ਕਹੁ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ ਦਾ ਕੀਰਤਨ ਕੀਤਾ। ਫਿਰ ਉਸ ਸ਼ਬਦ ਜੀ ਨੂੰ ਮਾਤਾ ਜੀ ਸਦਾ ਬੜੇ ਵੈਰਾਗ 'ਚ ਪੜ੍ਹਦੇ ਹੁੰਦੇ ਸੀ, ਡੂੰਘੇ ਪ੍ਰੇਮ ਭਰੇ ਵੈਰਾਗ ਨਾਲ ਪੜ੍ਹਿਆ। ਗੋਇਲ ਆਇਆ ਗੋਇਲੀ ਕਿਆ ਤਿਸ ਡੰਮ ਪਸਾਰ ਮੋਲਤ ਪੁੰਨੀ ਚਲਣਾ ਤੂੰ ਸੰਮਲ ਕਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇ ਪਿਆਰ ਕਿਆ ਥੋੜੜੀ ਬਾਤ ਗੁਮਾਨ। ਭਾਈ ਦੂਜੇ ਦਿਨ ਸਵੇਰੇ ਜਾਗੇ ਤਾਂ ਮਹਾਤਮਾ ਜੀ ਭਾਈ ਰਾਮ ਸਿੰਘ ਨੂੰ ਕਹਿਣ ਲੱਗੇ, ਭਾਈ ਰਾਮ ਸਿੰਘ, ਅੱਜ ਸਾਡਾ ਕੂਚ ਹੈ, ਅੱਜ ਰਿਸ਼ੀਕੇਸ਼ ਵੱਲ ਤੁਰਨਾ ਹੈ। ਭਾਈ ਰਾਮ ਸਿੰਘ, ਮੇਰੇ ਜੀਵਨ 'ਚ ਮਾਨੋ ਅੱਜ ਤੋਂ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਜੋ ਕੁਝ ਇਸ ਘਰ 'ਚ ਹੈ ਸਭ ਕੁਝ ਗਰੀਬਾਂ 'ਚ ਵੰਡ ਦਿਓ, ਕੇਵਲ ਇੱਕ ਸਿਤਾਰ ਨਾਲ ਲੈ ਕੇ ਅੱਜ ਹੀ ਕੂਚ ਕਰ ਦਿਓ। ਭਾਈ ਰਾਮ ਸਿੰਘ ਨੇ 7 ਬਚਨ ਕਹਿ ਕੇ ਹੁਕਮ ਮੰਨਿਆ ਤੇ ਰਿਸ਼ੀਕੇਸ਼ ਵੱਲ ਕੂਚ ਹੋਇਆ। ਮਹਾਤਮਾ ਜੀ ਜ਼ਿਆਦਾ ਤੁਰ ਨਹੀਂ ਸੀ ਸਕਦੇ, ਇਸ ਲਈ ਕਦੀ ਉਹ ਤੁਰਦੇ, ਕਦੀ ਭਾਈ ਰਾਮ ਸਿੰਘ ਉਹਨਾਂ ਨੂੰ ਪਿੱਠ 'ਤੇ ਚੁੱਕ ਲੈਂਦਾ। ਸਹਿਜੇ ਸਹਿਜੇ ਚੱਲਦੇ ਤੀਜੇ ਦਿਨ ਰਿਸ਼ੀਕੇਸ਼ ਅੱਪੜੇ। ਮੁਰਦਾ ਹੋਏ ਮਰੀਦ ਨਾ ਗਲੀ ਖੋਵਣਾ, ਮੁਰਦਾ ਹੋਏ ਮਰੀਦ ਨਾ ਗਲੀ ਹੋਵਣਾ। ਅੰਗ 32ਵਾਂ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ। ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਪੀਹਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ। ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ। ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਹਿੰਦੀ ਸੱਭਿਅਤਾ ਅਤੇ ਪੱਛਮੀ ਤਹਿਜ਼ੀਬ 'ਚ ਇੱਕ ਮੁੱਢਲਾ ਅੰਤਰ ਹੈ। ਪੱਛਮੀ ਨੇਤਾ ਕੁਦਰਤ 'ਤੇ ਕਾਬੂ ਪਾ ਕੇ ਉਹਨੂੰ ਇਨਸਾਨ ਦੇ ਸੁੱਖ ਲਈ ਵਰਤਣ ਦਾ ਯਤਨ ਕਰਦੇ ਹੈ। ਭਾਰਤੀ ਰਿਸ਼ੀ ਕੁਦਰਤ 'ਚ ਕਾਦਰ ਨੂੰ ਵੇਖਦੇ ਆ ਅਤੇ ਉਸ 'ਚ ਲੀਨ ਹੋਣ ਦਾ ਯਤਨ ਕਰਦੇ ਹੈ। ਇਸੇ ਲਈ ਹਿੰਦੂ ਤੀਰਥ ਉਸੇ ਥਾਂ 'ਤੇ ਹੁੰਦੇ ਆ ਜਿੱਥੇ ਕੁਦਰਤ ਦਾ ਸੁਹੱਪਣ ਜਾਂ ਮਹਾਨਤਾ ਜਾਂ ਕੋਈ ਹੋਰ ਕ੍ਰਿਸ਼ਮਾ ਨਜ਼ਰ ਆਉਂਦਾ ਹੋਵੇ। ਜਦ ਸੰਸਾਰੀ ਜੀਵ ਅਜਿਹੀਆਂ ਰਮਣੀਕ ਥਾਵਾਂ 'ਤੇ ਜਾਂਦੇ ਆ ਅਤੇ ਕੁਦਰਤ ਦੇ ਅਦੁੱਤੀ ਨਜ਼ਾਰੇ ਵੇਖ ਕੇ ਇੱਕ ਵੇਰਾ ਤਾਂ ਸੰਸਾਰ ਦੇ ਧੇਲੇ ਪੈਸੇ ਵਾਲੇ, ਵਿਸ਼ੇ ਵਿਕਾਰਾਂ ਵਾਲੇ ਅਤੇ ਦੋਸਤੀਆਂ ਦੁਸ਼ਮਣੀਆਂ ਵਾਲੇ ਜੀਵਨ ਨੂੰ ਭੁੱਲ ਜਾਂਦੇ ਆ। ਸੱਚਮੁੱਚ ਕੁਦਰਤ ਦੇ ਸਾਹਮਣੇ ਸਾਡਾ ਸੰਸਾਰੀ ਜੀਵਨ ਕਿੱਡਾ ਹੋਛਾ ਅਤੇ ਨੀਵਾਂ ਨਜ਼ਰ ਆਉਂਦਾ ਹੈ। ਅਤੇ ਜਦ ਸਾਡੇ ਬਜ਼ੁਰਗ, ਸਾਡੇ ਰਿਸ਼ੀ ਮੁਨੀ ਦੁਨੀਆ ਨੂੰ ਤਿਆਗ ਕੇ ਜੰਗਲਾਂ ਪਹਾੜਾਂ 'ਚ ਜਾਂਦੇ ਸੀ ਤਾਂ ਵੀ ਇਹਦਾ ਮੁੱਖ ਪ੍ਰਯੋਜਨ ਕੁਦਰਤ ਦੀ ਗੋਦ 'ਚ ਖੇਡਣਾ ਅਤੇ ਕੁਦਰਤੀ ਜੀਵਨ ਬਿਤਾ ਕੇ ਕੁਦਰਤ ਤੇ ਕੁਦਰਤ ਦੀ ਰਾਹੀਂ ਕਾਦਰ 'ਚ ਲੀਨ ਹੋਣਾ ਹੁੰਦਾ ਸੀ। ਰਿਸ਼ੀਕੇਸ਼ ਹਰਿਦੁਆਰ ਤੋਂ ਕੋਈ 17 ਕੁ ਮੀਲ ਉੱਪਰ ਪਹਾੜ ਵੱਲ ਹੈ। ਗੰਗਾ ਦਰਿਆ ਦਾ ਤੇਜ਼ ਰਫ਼ਤਾਰ 'ਚ ਵਹਿਣਾ, ਕੁਦਰਤੀ ਰਾਗ ਤੇ ਸੋਹਣੇ ਸੋਹਣੇ ਪਹਾੜਾਂ ਦਾ ਨਜ਼ਾਰਾ ਇਸ ਥਾਂ ਨੂੰ ਬਹੁਤ ਸੁਹਾਵਣਾ ਬਣਾ ਰਿਹਾ ਹੈ। ਜਿਸ ਸਮੇਂ ਦਾ ਅਸੀਂ ਜ਼ਿਕਰ ਕਰਦੇ ਹਾਂ ਉਦੋਂ ਨਾ ਤਾਂ ਰਿਸ਼ੀਕੇਸ਼ 'ਚ ਕੋਈ ਖੇਤਰ ਸੀ, ਨਾ ਕੋਈ ਦੁਕਾਨਾਂ, ਨਾ ਸਾਧੂਆਂ ਦੇ ਰਹਿਣ ਲਈ ਪੱਕੀਆਂ ਕੁਟੀਆਂ ਦਾ ਇੰਤਜ਼ਾਮ। ਲਛਮਣ ਕੁੰਡ ਦੇ ਲਾਗੇ ਇੱਕ ਸਰਾਂ ਜ਼ਰੂਰ ਸੀ ਜਿਸ 'ਚ ਜਗਿਆਸੂ ਆ ਕੇ ਵਿਸਰਾਮ ਕਰਿਆ ਕਰਦੇ। ਇਸ ਰਮਣੀਕ ਥਾਂ 'ਤੇ ਮਹਾਤਮਾ ਜੀ ਅਤੇ ਭਾਈ ਰਾਮ ਸਿੰਘ ਪਹੁੰਚੇ। ਮਹਾਤਮਾ ਜੀ ਦਾ ਸਰੀਰ ਉਂਝ ਤਾਂ ਨਰੋਆ ਹੋ ਚੁੱਕਾ ਸੀ, ਪਰ ਲੱਤ ਅਜੇ ਕਾਫੀ ਕਮਜ਼ੋਰ ਸੀ ਅਤੇ ਉਹ ਮੁਸ਼ਕਿਲ ਨਾਲ ਸੋਟੀ ਹੱਥ 'ਚ ਲੈ ਕੇ ਕੇਵਲ ਆਪਣੇ ਸਰੀਰ ਦੀ ਕਿਰਿਆ ਹੀ ਸਾਧ ਸਕਦੇ ਸੀ। ਪਹੁੰਚਦੇ ਹੀ ਸਿੱਧੇ ਉਸ ਥਾਂ ਵੱਲ ਗਏ ਜਿੱਥੇ ਸਾਧੂਆਂ ਦੀ ਕੁਟੀਆ ਸੀ। ਇੱਕ ਪੁਰਾਣੀ ਠੱਠੀ ਕੁਟੀਆ ਦੇ ਕੋਲ ਮਹਾਤਮਾ ਜੀ ਬੈਠ ਕੇ ਭਾਈ ਰਾਮ ਸਿੰਘ ਨੂੰ ਕਹਿਣ ਲੱਗੇ, ਭਾਈ ਰਾਮ ਸਿੰਘ, ਹਿੰਮਤ ਕਰੋ, ਕਾਨੇ 'ਤੇ ਲੱਕੜਾਂ ਇਕੱਠੀਆਂ ਕਰਕੇ ਇਹ ਝੁੱਗੀ ਬਣਾ ਦਿਓ। ਭਾਈ ਰਾਮ ਸਿੰਘ ਉਦਮੀ ਆਦਮੀ ਸੀ, ਝੱਟ ਹੀ ਲੱਗ ਪਿਆ ਅਤੇ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਉਹਨੇ ਇੱਕ ਸੋਹਣੀ ਕੁਟੀਆ ਤਿਆਰ ਕਰ ਦਿੱਤੀ। ਦੂਜੇ ਦਿਨ ਸਵੇਰੇ ਉੱਠੇ, ਦੋਹਾਂ ਨੇ ਗੰਗਾ 'ਚ ਇਸ਼ਨਾਨ ਕੀਤਾ। ਵਾਪਸ ਆਏ ਤਾਂ ਮਹਾਤਮਾ ਜੀ ਕਹਿਣ ਲੱਗੇ, ਆਓ ਭਾਈ ਰਾਮ ਸਿੰਘ, ਤੁਹਾਨੂੰ ਕੀਰਤਨ ਦਾ ਪ੍ਰਸ਼ਾਦਾ ਛਕਾਈਏ। ਭਾਈ ਰਾਮ ਸਿੰਘ ਨੇ ਸਿਤਾਰ ਲੈ ਲਈ। ਮਹਾਤਮਾ ਜੀ ਨੇ ਆਪਣੀ ਮਿੱਠੀ ਤੇ ਸੁਰੀਲੀ ਸੁਰ ਨਾਲ ਗਾਉਣਾ ਸ਼ੁਰੂ ਕੀਤਾ। ਮਾਂਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ।
ਭਾਈ ਰਾਮ ਸਿੰਘ ਭੁੱਖਾ ਸੀ, ਨਾਲੇ ਕੀਰਤਨ ਕਰੇ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਨਾਲੇ ਸੋਚੇ, ਇਹ ਪਰਮਾਤਮਾ ਖੌਰੇ ਤੇ ਖਾਣ ਜੋਗਾ ਕੁਝ ਮਿਲੇਗਾ ਵੀ ਕਿ ਨਹੀਂ। ਕੀਰਤਨ ਦੀ ਸਮਾਪਤੀ ਹੋਈ। ਮਹਾਤਮਾ ਜੀ ਜਲ ਛਕ ਕੇ ਲੰਮੇ ਪੈ ਗਏ। ਭਾਈ ਰਾਮ ਸਿੰਘ ਵੀ ਹੱਠ ਕਰਕੇ ਲੰਮਾ ਪੈ ਗਿਆ। ਪਰਮਾਤਮਾ ਦੀ ਨੇਤ 7 ਦਿਨ ਇਸੇ ਤਰ੍ਹਾਂ ਗੁਜ਼ਰੇ। ਭਾਈ ਰਾਮ ਸਿੰਘ ਭੁੱਖ ਨਾਲ ਬੇਹਾਲ ਹੋ ਗਿਆ, ਪਰ ਸਿਦਕੀ ਸੀ, ਆਖੇ ਕੁਝ ਨਾ। ਮਹਾਤਮਾ ਜੀ ਸਭ ਕੁਝ ਸਮਝਦੇ ਸੀ। ਕਹਿਣ ਲੱਗੇ, ਭਾਈ ਰਾਮ ਸਿੰਘ ਤਕੜਾ ਹੋ, ਇਹ ਸਾਡਾ ਇਮਤਿਹਾਨ ਹੈ। ਯਾਦ ਰੱਖੋ, ਸਰੀਰ ਰੂਹ ਦੇ ਆਸਰੇ ਹੈ। ਰੂਹ ਦੀ ਖੁਰਾਕ ਕੀਰਤਨ ਹੈ। ਜਿੰਨਾ ਚਿਰ ਰੂਹ ਜਿੰਦਾ ਹੈ, ਸਰੀਰ ਮਰ ਨਹੀਂ ਸਕਦਾ। ਭੁੱਖੇ ਆਦਮੀ ਨੂੰ ਗਿਆਨ ਵੀ ਚੰਗਾ ਨਹੀਂ ਲੱਗਦਾ। ਭਾਈ ਰਾਮ ਸਿੰਘ ਅੱਕ ਕੇ ਉੱਠਿਆ, ਨਾਲ ਦੀ ਕੁਟੀਆ ਵੱਲ ਗਿਆ। ਉੱਥੇ ਇੱਕ ਕੰਨ ਪਾਟਾ ਜੋਗੀ ਰਹਿੰਦਾ ਸੀ। ਭਾਈ ਰਾਮ ਸਿੰਘ ਨੂੰ ਵੇਖ ਕੇ ਕਹਿਣ ਲੱਗਾ, ਕਿਉਂ ਭਾਈ ਸਿੰਘ, कुछ कमज़ोर और उदास नज़र आते हो, क्या बात है, भूखे तो नहीं? तुम्हारे महात्मा में लोगों को खींचने की शक्ति नहीं, क्योंकि उसको कोई सिद्धि प्राप्त नहीं हुई, वो तो सिर्फ हठ जोगी है। अच्छा आओ भाई, ये पूरी कड़ा लो और छको। भाई राम सिंह ਦੇ ਮੂੰਹ 'ਚ ਪਾਣੀ ਭਰ ਆਇਆ। ਮਹਾਤਮਾ ਜੀ ਤੇ ਜੋ ਉਸ ਦੀ ਸ਼ਰਧਾ ਸੀ ਉਹ ਵੀ ਡੋਲ ਚੁੱਕੀ ਸੀ। ਉਹਨੇ ਪੂਰੀ ਕੜਾ ਹੱਥ 'ਚ ਲੈ ਲਿਆ। ਫਿਰ ਦਿਲ 'ਚ ਕੋਈ ਲਹਿਰ ਉੱਠੀ। ਕਹਿਣ ਲੱਗਾ, ਨਾਥ ਜੀ ਸੱਚ ਤਾਂ ਇਹ ਹੈ, ਮੈਂ 7 ਦਿਨ ਦਾ ਭੁੱਖਾ, ਪਰ ਜਿੰਨਾ ਚਿਰ ਮਹਾਤਮਾ ਜੀ ਨਹੀਂ ਖਾਣਗੇ ਮੈਂ ਮੂੰਹ 'ਚ ਕੁਝ ਪਾਣਾ ਹਰਾਮ ਸਮਝਦਾ। ਇਹ ਕਹਿ ਕੇ ਉਹਨੇ ਕੜਾਹ ਪੂਰੀ ਵਾਪਸ ਰੱਖ ਦਿੱਤੇ। जोगी कहने लगा, भाई धन है तुम्हारा सिदक और तुम्हारी श्रद्धा, पर तुम गलत साधु के पीछे लगे हुए हो। गुरु गोरख का मंत्र लो, तुम्हारी कल्याण होगी। तुम रिद्धियों सिद्धियों के मालिक होगे। भूख और दुख तुम्हारे नज़दीक नहीं आएगा और तुम गरीब लोगों के भी दुख दूर करोगे। भाई राम सिंह बेहाल सी, बिना कुछ बोले उठ खलोता वापस अपनी कुटिया वाल तुर पिया। जाके की वेखदा है कि 2-3 ਸਿੰਧੀ ਸੇਠ ਬੈਠੇ ਹੈ। ਪੂਰੀਆਂ ਤੇ ਕੜਾਹ ਉਹਨਾਂ ਮਹਾਤਮਾ ਜੀ ਅੱਗੇ ਰੱਖਿਆ। ਇੱਕ ਨੇ 5 रुपए जेब चों ਕੱਢ ਕੇ ਵੀ ਰੱਖ ਦਿੱਤੇ ਤੇ ਮਹਾਤਮਾ ਜੀ ਕਹਿਣ ਲੱਗੇ, सेठ जी हम 5 रुपए नहीं लेंगे। सेठ ने 5 ਹੋਰ ਰੱਖਤੇ। ਮਹਾਤਮਾ ਜੀ ਕਹਿਣ ਲੱਗੇ, नहीं सेठ जी हम तो बहुत लालची हैं। सेठ ने ਸਾਥੀਆਂ ਨਾਲ ਸਲਾਹ ਕੀਤੀ, 25 रुपए ਭੇਟਾ ਕੀਤੀ। महात्मा जी मुस्कुरा पए, कहने लगे, नहीं सेठ जी हमें तो हज़ारों रुपए दरकार है। सेठ कहता, अच्छा महात्मा जी आप ही बताएं आप क्या चाहते हैं। 7100 रुपये भेटा है तो आप खुश हो जाएंगे। सेठ साहब हम तो ये चाहते हैं कि आप यहाँ एक क्षेत्र बना दें और साथ ही एक लंगर लगा दें। अंदाज़न आपका 10,000 रुपया खर्च आएगा। राम राम राम, हम तो गरीब आदमी हैं, 10,000 रुपया कहाँ से लाएं। अच्छा सेठ जी आप अपने रुपए वापस ले जाएं और 3 दिन के बाद फिर तशरीफ़ लाएं। ਭਾਈ ਰਾਮ ਸਿੰਘ ਬੜਾ ਭਜਨੀਕ ਤੇ ਸਿਦਕੀ ਆਦਮੀ ਸੀ, ਪਰ 7 ਦਿਨ ਦੀ ਭੁੱਖ ਨੇ ਉਹਦੇ ਮਨ ਨੂੰ ਡਾਵਾਂ-ਡੋਲ ਕਰ ਛੱਡਿਆ ਸੀ। ਮਹਾਤਮਾ ਜੀ ਦੀ ਸੇਠਾਂ ਨਾਲ ਗੱਲਬਾਤ ਸੁਣ ਕੇ ਪ੍ਰਸੰਨ ਹੋਇਆ ਤੇ ਮਨ ਨੂੰ ਕਹਿਣ ਲੱਗਾ, ਇਹ ਗੱਲ ਸਿਰੇ ਚੜ ਜਾਏ ਤਾਂ ਭੁੱਖ ਦਾ ਯੱਬ ਤਾਂ ਸਦਾ ਲਈ ਨਿਬੜੇਗਾ। ਮਹਾਤਮਾ ਜੀ ਮੁਸਕਰਾਏ, ਕਹਿਣ ਲੱਗੇ, ਭਾਈ ਰਾਮ ਸਿੰਘ ਤੂੰ ਇਮਤਿਹਾਨ 'ਚ ਪੂਰਾ ਕਾਮਯਾਬ ਨਹੀਂ ਨਿਕਲਿਆ। ਅੱਛਾ ਆਓ ਕੜਾਹ ਪੂਰੀ ਖਾਣ ਤੋਂ ਪਹਿਲਾਂ ਇੱਕ ਸ਼ਬਦ ਦਾ ਕੀਰਤਨ ਕਰ ਲਈਏ। ਮਹਾਤਮਾ ਜੀ ਨੇ ਸ਼ਬਦ ਸ਼ੁਰੂ ਕੀਤਾ, ਜੋ ਰਾਜ ਦੇ ਤਾਂ ਕਵਨ ਬਟਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਏ। ਸ਼ਬਦ ਦਾ ਕੀਰਤਨ ਅਜੇ ਹੁੰਦਾ ਹੀ ਸੀ ਕਿ ਭਾਈ ਕਰਮ ਸਿੰਘ ਆ ਪੁੱਜਾ। ਦੁਨੀਆ 'ਚ ਜਿਸ ਤਰ੍ਹਾਂ ਭਾਂਤ-ਭਾਂਤ ਦੀਆਂ ਸ਼ਕਲਾਂ ਹੁੰਦੀਆਂ, ਉਸੇ ਤਰ੍ਹਾਂ ਵੱਖੋ ਵੱਖਰੇ ਸੁਭਾਅ ਹੁੰਦੇ ਆ। ਸੁਭਾਅ ਦਾ ਮੇਲ ਹੀ ਪ੍ਰੇਮ ਦੀ ਖਿੱਚ ਪੈਦਾ ਕਰਦਾ। ਇੱਕ ਮਰਦ ਤੇ ਇਸਤਰੀ ਭਾਵੇਂ ਸਾਰੀ ਉਮਰ ਇਕੱਠੇ ਰਹਿਣ, ਪਰ ਜੇ ਉਹਨਾਂ ਦੇ ਸੁਭਾਅ ਦਾ ਆਪੋ 'ਚ ਮੇਲ ਨਹੀਂ ਤਾਂ ਪ੍ਰੇਮ ਪਿਆਰ ਪੈਦਾ ਨਹੀਂ ਹੋ ਸਕਦਾ। ਤੇ ਦੂਜੇ ਪਾਸੇ ਥੋੜ੍ਹਾ ਚਿਰ ਮਿਲਣ ਨਾਲ ਵੀ ਸੁਭਾਅ ਦਾ ਮੇਲ ਐਸੀ ਖਿੱਚ ਪੈਦਾ ਕਰਦਾ ਕਿ ਸਾਰੀ ਉਮਰ ਲਈ ਪ੍ਰੇਮ ਦਾ ਰਿਸ਼ਤਾ ਗੰਢਿਆ ਜਾਂਦਾ ਹੈ। ਭਾਈ ਕਰਮ ਸਿੰਘ ਭਾਵੇਂ ਮਹਾਤਮਾ ਜੀ ਤੇ ਭਾਈ ਰਾਮ ਸਿੰਘ ਨੂੰ ਰਾਵਲਪਿੰਡੀ 'ਚ ਥੋੜ੍ਹੇ ਚਿਰ ਲਈ ਮਿਲਿਆ ਸੀ, ਪਰ ਸੁਭਾਅ ਦੇ ਮੇਲ ਨੇ ਪਰਸਪਰ ਐਸੀ ਆਤਮਕ ਖਿੱਚ ਪੈਦਾ ਕਰਤੀ ਕਿ ਜਿਵੇਂ ਮੁੱਢ ਕਦੀਮ ਦੇ ਪ੍ਰੇਮੀ ਹੁੰਦੇ ਆ। ਮਹਾਤਮਾ ਜੀ ਤੇ ਭਾਈ ਰਾਮ ਸਿੰਘ ਬੜੇ ਤਪਾਕ ਨਾਲ ਭਾਈ ਕਰਮ ਸਿੰਘ ਨੂੰ ਘੁੱਟ-ਘੁੱਟ ਕੇ ਮਿਲੇ। ਭਾਈ ਕਰਮ ਸਿੰਘ ਨੇ ਬੈਠਦਿਆਂ ਹੀ ਕਿਹਾ ਕਿ ਮੈਨੂੰ ਭਾਈ ਰਾਮ ਸਿੰਘ ਜੀ ਦੀ ਚਿੱਠੀ ਪਰਸੋਂ ਹੀ ਮਿਲੀ, ਕਿਉਂਕਿ ਮੈਂ ਪਰਸੋਂ ਹੀ ਜੇਲ੍ਹ 'ਚੋਂ ਰਿਹਾ ਹੋ ਕੇ ਆਇਆ। ਚਿੱਠੀ ਪੜ੍ਹਦਿਆਂ ਮੈਂ ਪਹਿਲੀ ਗੱਡੀ 'ਤੇ ਚੜ੍ਹ ਆਇਆ। ਕੱਲ੍ਹ ਹਰਿਦੁਆਰ ਪਹੁੰਚਣ 'ਤੇ ਪਤਾ ਲੱਗਾ ਤੁਸੀਂ ਇੱਥੇ ਆ ਗਏ ਹੋ, ਫਿਰ ਤੁਹਾਡਾ ਪਿੱਛਾ ਕਰਕੇ ਅੱਜ ਤੁਹਾਨੂੰ ਇੱਥੇ ਆ ਮਿਲਿਆ। ਮਹਾਤਮਾ ਜੀ ਕਹਿਣ ਲੱਗੇ, ਆਓ ਭਾਈ ਕਰਮ ਸਿੰਘ ਹੋਰ ਗੱਲਬਾਤ ਪਿੱਛੋਂ ਕਰਾਂਗੇ, ਪਹਿਲਾਂ ਪ੍ਰਸ਼ਾਦੇ ਛਕ ਲਈਏ। ਭਾਈ ਕਰਮ ਸਿੰਘ ਕਹਿੰਦਾ, ਮਹਾਤਮਾ ਜੀ ਲੋਕੀ ਸੱਚ ਆਖਦੇ ਆ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਸੱਚਮੁੱਚ ਹੀ ਤੁਸੀਂ ਸਾਧੂ ਲੋਕ ਦੁਨੀਆ ਦੀ ਮਲਾਈ ਖਾਂਦੇ ਹੋ, ਨਾ ਕੰਮ ਨਾ ਕਾਜ ਨਾ ਫਿਕਰ ਨਾ ਫਾਕਾ, ਸੁਣਨ ਨੂੰ ਕੀਰਤਨ ਤੇ ਖਾਣ ਨੂੰ ਪੂਰੀ ਕੜਾ। ਸਾਡਾ ਹਾਲ ਦੇਖੋ, ਸਵੇਰ ਤੋਂ ਸ਼ਾਮ ਤੱਕ ਜਫਰ ਜਾਲ ਜਾਲ ਕੇ ਮਸੇ ਰੋਟੀ ਕਮਾਈ ਦੀ ਹੈ। ਫਿਰ ਮਾਸਟਰ ਸੰਤ ਸਿੰਘ ਦੀ ਕਿਰਪਾ 6 ਮਹੀਨੇ ਨਹੀਂ ਗੁਜ਼ਰਦੇ, ਫਿਰ ਉਹੀ ਜੇਲ੍ਹ, ਉੱਥੇ ਪੀਣ ਨੂੰ ਚੱਕੀ, ਖਾਣ ਨੂੰ ਗੁੱਲਾ। ਅੱਛਾ ਤੁਹਾਡੀ ਕਿਸਮਤ ਚੰਗੀ ਹੈ, ਮਹਾਤਮਾ ਜੀ ਮੈਨੂੰ ਵੀ ਚੇਲਾ ਬਣਾ ਲਓ। ਭਾਈ ਰਾਮ ਸਿੰਘ ਕਹਿੰਦਾ ਹੈ ਵੀ ਅਜਬ ਇਸ ਜਹਾਨ ਦੀ ਚਾਲ ਦੇਖੀ, ਸੁਖੀ ਕੋਈ ਨਾ ਕਿਸੇ ਹੀ ਕਾਲ ਹੋਵੇ। ਭਾਈ ਕਰਮ ਸਿੰਘ ਸਮਝ ਸੋਚ ਕੇ ਚੇਲਾ ਬਣੀ। ਪੂਰੀਆਂ ਕੜਾਹ ਵੇਖ ਕੇ ਨਾ ਭੁੱਲੀ, ਇਹ 7 ਦਿਨ ਦੇ ਕੜਾਕੇ ਪਿੱਛੋਂ ਮਿਲਣ ਲੱਗੀ ਹੈ।
ਹਰ ਇੱਕ ਪੁਰਸ਼ ਦੁਨੀਆ ਨੂੰ ਸੁਖੀ ਤੇ ਆਪਣੇ ਆਪ ਨੂੰ ਦੁਖੀ ਸਮਝਦਾ ਹੈ। ਸੱਚ ਇਹ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਸੁਖ ਮਨ ਸੰਤੋਖ ਖਾਏ, ਸੁਖ ਤਾਂ ਸੰਤੋਖ 'ਚ ਹੈ। ਮਹਾਤਮਾ ਜੀ ਜ਼ਰੂਰ ਸੁਖੀ ਹਨ ਕਿਉਂਕਿ ਇਹਨਾਂ ਨੂੰ ਸੰਤੋਖ ਦੀ ਪ੍ਰਾਪਤੀ ਹੈ। ਮੈਂ ਇਹ 7 ਦਿਨ ਢਿੱਡ ਫੜ ਕੇ ਰੋਂਦਾ ਰਿਹਾ, ਪਰ ਇਹ ਕੀਰਤਨ ਕਰਕੇ ਹੀ ਆਨੰਦ 'ਚ ਰਹੇ। ਭਾਈ ਕਰਮ ਸਿੰਘ ਹੱਸਿਆ, ਕਹਿਣ ਲੱਗਾ, ਅੱਛਾ ਤੁਹਾਨੂੰ ਕੜਾਹ ਪੂਰੀ ਖਾਣ ਵਾਲਿਆਂ ਨੂੰ ਵੀ ਭੁੱਖ ਨਸੀਬ ਹੁੰਦੀ ਹੈ। ਮਹਾਤਮਾ ਹੋਰੀ ਖਿੜਖੜਾ ਕੇ ਹੱਸੇ, ਆਖਣ ਲੱਗੇ ਕਿ ਭਾਈ ਕਰਮ ਸਿੰਘ ਤੂੰ ਸਭ ਕੁਝ ਸਮਝਦਾ ਹੈ। ਸੁਖ ਸਰੀਰ ਦਾ ਵਿਸ਼ਾ ਨਹੀਂ, ਸੁਖ ਤਾਂ ਆਤਮਕ ਅਡੋਲਤਾ ਦਾ ਨਾਂ ਹੈ। ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰ ਆਏ। ਫਿਰ ਮਹਾਤਮਾ ਜੀ ਨੇ ਕਿਹਾ, ਭਾਈ ਰਾਮ ਸਿੰਘ ਬਹੁਤ ਭੁੱਖ ਲੱਗੀ ਹੈ, ਆਓ ਪਹਿਲਾਂ ਗੱਫੇ ਲਈਏ। ਭੋਜਨ ਛਕਣ ਤੋਂ ਬਾਅਦ ਭਾਈ ਕਰਮ ਸਿੰਘ ਨੇ ਆਖਿਆ, ਭਾਈ ਰਾਮ ਸਿੰਘ ਗੱਲ ਤਾਂ ਸੁਣਾ ਕੇ ਕੀ ਵਿਥਿਆ ਹੋਈ। ਭਾਈ ਰਾਮ ਸਿੰਘ ਨੇ ਰਾਵਲਪਿੰਡੀ ਤੋਂ ਤੁਰਨ ਦੇ ਵੇਲੇ ਤੋਂ ਲੈ ਕੇ ਭਾਈ ਕਰਮ ਸਿੰਘ ਦੇ ਰਿਖੀਕੇਸ਼ ਪਹੁੰਚਣ ਤੱਕ ਦੀ ਸਾਰੀ ਵਿਥਿਆ ਵਿਸਥਾਰਪੂਰਵਕ ਸੁਣਾਈ। ਭਾਈ ਕਰਮ ਸਿੰਘ ਦੁਨੀਆ ਦੇ ਬਹੁਤ ਲਹਾਓ ਚੜਾਓ ਵੇਖ ਚੁੱਕਾ ਸੀ। ਪਹਿਲਾਂ ਉਹਨੇ ਆਪਣੇ ਮਾਤਾ ਪਿਤਾ ਆਪਣੀ ਅੱਖਾਂ ਦੇ ਸਾਹਮਣੇ ਮਰਦੇ ਦੇਖੇ, ਫਿਰ ਉਹਦੀ ਇਸਤਰੀ, ਉਹਦੇ ਬਾਲ ਬੱਚੇ ਉਹ ਤੋਂ ਸਦਾ ਲਈ ਜੁਦਾ ਹੋ ਗਏ। ਇਹਨਾਂ ਮੌਤਾਂ ਨੇ ਜਾਣੋ ਉਹਦੇ ਹਿਰਦੇ ਨੂੰ ਜ਼ਰਾ ਕਰੜਾ ਕਰਤਾ ਸੀ। ਉਹਦੇ ਹੰਝੂ ਸੁਕਾਤੇ ਸੀ। ਆਖਣ ਲੱਗਾ, ਅੱਛਾ ਦੇਵੀ ਚੱਲ ਬਸੀ, ਕੋਈ ਗੱਲ ਨਹੀਂ, ਅਜਿਹਾ ਜੀਵਨ ਤੇ ਅਜਿਹੀ ਮੌਤ ਪਰਮਾਤਮਾ ਸਭ ਨੂੰ ਬਖਸ਼ੇ। ਸ਼ੁਕਰ ਹੈ ਪਰਮਾਤਮਾ ਦਾ ਕਿ ਮਹਾਤਮਾ ਜੀ ਨੂੰ ਹੋਰ ਜੀਵਨ ਬਖਸ਼ਿਆ। ਫਿਰ ਮਹਾਤਮਾ ਜੀ ਵੱਲ ਮੂੰਹ ਕਰਕੇ ਕਹਿਣ ਲੱਗੇ, ਅੱਛਾ ਮਹਾਤਮਾ ਜੀ ਜ਼ਰਾ ਉੱਠ ਕੇ ਤੁਰੋ ਤਾਂ ਸਹੀ, ਵੇਖੀਏ ਤੁਹਾਡੀ ਲੱਤ ਕਿੰਨੀ ਕੁ ਖਰਾਬ ਹੋਈ ਹੈ। ਮਹਾਤਮਾ ਜੀ ਹੱਸ ਕੇ ਕਹਿਣ ਲੱਗੇ, ਅਜੇ ਵੀ ਮੈਂ ਤੁਹਾਡੇ ਦੋਹਾਂ ਨਾਲੋਂ ਤਕੜਾ। ਸ਼ਾਮ ਨੂੰ ਜ਼ਰਾ ਜ਼ਿੱਦ ਕੇ ਮੇਰੇ ਨਾਲ ਗੰਗਾ 'ਚ ਤਰਨਾ ਤਾਂ ਸਹੀ, ਵੇਖਾਂਗੇ ਕੌਣ ਚੰਗਾ ਤੇ ਜ਼ਿਆਦਾ ਤੈਰਦਾ ਹੈ। ਭਾਈ ਕਰਮ ਸਿੰਘ ਜ਼ਰਾ ਮੁਸਕਰਾ ਕੇ ਕਹਿਣ ਲੱਗਾ, ਤਰਨਾ ਕੀ ਹੋਇਆ, ਜੇ ਜ਼ੋਰ ਅਜ਼ਮਾਈ ਵੇਖਣੇ ਜੇ ਤਾਂ ਸਾਡੇ ਨਾਲ ਤੁਰ ਕੇ ਵੇਖੋ। ਮਹਾਤਮਾ ਜੀ ਬਹੁਤ ਹੱਸੇ, ਕਹਿਣ ਲੱਗੇ, ਭਾਈ ਕਰਮ ਸਿੰਘ ਤੂੰ ਬਹੁਤ ਉਸਤਾਦ ਹੈ। ਧੰਨਵਾਦ।